ਆਪ ਸਾਦਾਸਾਂ ਨੂੰ ਸੁਣ ਰਹੇ ਹੋ, ਸ਼ਰਵਣ ਕਰ ਰਹੇ ਹੋ। ਅੱਜ ਆਪਾਂ ਗੱਲ ਕਰਾਂਗੇ ਕਿ ਜਿਵੇਂ ਵੀ ਆਪਾਂ ਸੋਚਣਾ ਕਰਦੇ ਹਾਂ, ਉਹ ਦੂਸਰੇ ਨੂੰ ਕਿਵੇਂ ਪਤਾ ਚੱਲਦਾ ਹੈ, ਕਿਵੇਂ ਉਸ ਦੇ ਬਾਰੇ ਗਿਆਨ ਹੁੰਦਾ ਹੈ, ਤਾਂ ਉਹੀ ਮੁੜ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਆ ਵਿਚਰਦਾ ਹੈ। ਬਹੁਤੀ ਤੌਰ 'ਤੇ ਆਪਣਾ ਤਜਰਬਾ ਰਹੇਗਾ ਜ਼ਿੰਦਗੀ ਦਾ ਕਿ ਜੋ ਵੀ ਕੁਝ ਆਪਾਂ ਸੋਚਦੇ ਹਾਂ, ਕਿਸੇ ਬਾਰੇ ਵਿਚਾਰ ਕਰਦੇ ਹਾਂ, ਸੋਚਦੇ ਹਾਂ, ਅਗਲੇ ਦੇ ਮਨ ਦੇ ਵਿੱਚ ਵੀ, ਦੂਸਰੇ ਵਿਅਕਤੀ ਦੇ ਮਨ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਫੁਰਨਾ ਆਉਂਦਾ ਹੈ। ਉਹ ਵੀ ਉਂਝ ਹੀ ਸੋਚਣ ਲੱਗ ਜਾਂਦਾ ਹੈ। ਇਸ ਨੂੰ ਸਾਇੰਸ ਨੇ ਟੈਲੀਪੈਥੀ ਦਾ ਨਾਮ ਦਿੱਤਾ ਹੈ। ਜਿਵੇਂ ਦਾ ਵੀ ਆਪਾਂ ਕਿਸੇ ਦੇ ਬਾਰੇ ਸੋਚਦੇ ਹਾਂ, ਚੰਗਾ ਸੋਚਦੇ ਹਾਂ, ਮੰਦਾ ਸੋਚਦੇ ਹਾਂ, ਉਵੇਂ ਹੀ ਮੁੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੰਮ ਹੋ ਜਾਂਦਾ ਹੈ। ਉਹੀ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਹੋਣ ਲੱਗ ਪੈਂਦਾ ਹੈ। ਇਸ ਕਰਕੇ ਸੋਚ ਚੰਗੀ ਰੱਖਿਆ ਕਰੋ। ਹਮੇਸ਼ਾ ਹਰ ਕਿਸੇ ਬਾਰੇ ਚੰਗਾ ਸੋਚਣਾ ਕਰੋ। ਜਿਵੇਂ ਦਾ ਵੀ ਕਿਸੇ ਬਾਰੇ ਸੋਚਾਂਗੇ, ਜੇਕਰ ਕਿ ਅੱਜ ਆਪਾਂ ਕਿਸੇ ਦੇ ਬਾਰੇ ਮਾੜਾ ਸੋਚਦੇ ਹਾਂ, ਕਿਸੇ ਘਰ ਦੇ ਬਾਰੇ ਮਾੜਾ ਸੋਚਦੇ ਹਾਂ, ਇਸਤਰੀ ਦੇ ਬਾਰੇ ਮਾੜਾ ਸੋਚਦੇ ਹਾਂ, ਕਿਸੇ ਦੇ ਪੁੱਤਰ ਦੇ ਬਾਰੇ ਮਾੜਾ ਸੋਚਦੇ ਹਾਂ, ਤਾਂ ਯਾਦ ਰੱਖਿਆ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਵਿਚਾਰ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਅਸਲੀਅਤ ਬਣ ਉਤਰਨਗੇ। ਉਹੀ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਜਿਹੜੇ ਹਨ ਆਪਣੇ ਨਾਲ ਹੋਣ ਲੱਗ ਪੈਣਗੇ, ਜਿਵੇਂ ਆਪਾਂ ਕਿਸੇ ਦੇ ਬਾਰੇ ਸੋਚਦੇ ਹਾਂ। ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਦੇ ਵਿੱਚ ਇੱਕ ਸੇਠ ਰਹਿੰਦਾ ਸੀ। ਇੱਕ ਪਰਜਾ ਦੇ ਵਿੱਚ, ਸ਼ਹਿਰ ਦੇ ਵਿੱਚ ਸੇਠ ਸੀ। ਸੇਠ ਬੜਾ ਹੀ ਲਾਲਚੀ ਸੀ। ਸ਼ੁਰੂ ਤੋਂ ਹੀ ਸੇਠ ਬੜਾ ਲਾਲਚੀ ਸੀ। ਸੇਠ ਨੇ ਕੀ ਕਰਨਾ ਕਿ ਹਰ ਕਿਸੇ ਬਾਰੇ ਮਾੜਾ ਸੋਚਣਾ ਕਿ ਇਹਦਾ ਇਹ ਕੰਮ ਹੋ ਜਾਵੇ ਤੇ ਇਹ ਮੇਰੀ ਦੁਕਾਨ ਤੋਂ ਆ ਕਰਕੇ ਸੌਦਾ ਖਰੀਦਣ। ਉਸੇ ਹੀ ਪਰਜਾ ਦਾ ਰਾਜਾ ਇੱਕ ਦਿਨ ਬਿਮਾਰ ਹੋ ਗਿਆ। ਉਸ ਦਾ ਇਲਾਜ ਚੱਲਣ ਲੱਗਾ ਅਤੇ ਉਹ ਕਦੇ ਠੀਕ ਨਾ ਹੋਇਆ। ਉਸ ਦੀ ਜਿਹੜੀ ਤਬੀਅਤ ਵਿਗੜਦੀ ਗਈ। ਸਾਰੇ ਵਜ਼ੀਰ ਕਹਿਣ ਲੱਗੇ ਮਹਿਲ ਦੇ ਕਿ ਹੁਣ ਰਾਜੇ ਨੇ ਚੱਲ ਬਸਣਾ ਹੈ। ਉੱਡਦੀ ਉੱਡਦੀ ਗੱਲ ਉਸੇ ਸੇਠ ਦੇ ਕੰਨੀ ਪਈ। ਸੇਠ ਨੇ ਸੋਚਿਆ ਕਿ ਜੇਕਰ ਕਿ ਰਾਜਾ ਮਰ ਜਾਵੇ, ਰਾਜਾ ਪੂਰਾ ਹੋ ਜਾਵੇ, ਇਸ ਦੀ ਮ੍ਰਿਤਿੂ ਹੋ ਜਾਵੇ, ਤਾਂ ਜਿਹੜੇ ਰਾਜੇ ਦਾ ਸੰਸਕਾਰ ਤਾਂ ਚੰਦਨ ਦੀ ਲੱਕੜ ਦੇ ਨਾਲ ਹੋਣਾ ਹੈ। ਉਹੀ ਚੰਦਨ ਦੀ ਲੱਕੜ ਮੇਰੇ ਕੋਲੋਂ ਖਰੀਦਣਗੇ ਤਾਂ ਮੈਂ ਮਹਿੰਗੀ ਲਾਵਾਂਗਾ। ਇਸ ਕਰਕੇ ਮੈਂ ਸਾਰੇ ਸ਼ਹਿਰ ਤੋਂ ਚੰਦਨ ਜਿਹੜਾ ਹੈ ਖਰੀਦ ਲੈਂਦਾ ਹਾਂ, ਤਾਂ ਕਿ ਜਿਹੜਾ ਹੈ ਮੇਰੇ ਕੋਲ ਹੀ ਚੰਦਨ ਮਿਲੇਗਾ, ਹੋਰ ਕਿਸੇ ਕੋਲ ਇੰਨਾ ਚੰਦਨ ਨਹੀਂ ਹੋਵੇਗਾ। ਕਿਉਂਕਿ ਹੋਰ ਜਿਹੜੇ ਦੁਕਾਨਦਾਰ ਹਨ ਥੋੜ੍ਹਾ ਬਹੁਤਾ ਰੱਖਣਗੇ। ਚੰਦਨ ਦੀ ਕੀਮਤ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੀਮਤ ਉਸ ਦੀ ਬੜੀ ਜ਼ਿਆਦਾ ਹੈ। ਉਸਨੇ ਕੀ ਕੀਤਾ ਕਿ ਸਾਰੇ ਸ਼ਹਿਰ ਦੀ, ਸਾਰੇ ਪ੍ਰਜਾ ਤੋਂ ਚੰਦਨ ਇਕੱਠਾ ਕਰਕੇ ਆਪਣੇ ਪਾਸ ਇਕੱਠਾ ਕਰ ਲਿਆ, ਰੱਖ ਲਿਆ। ਸੋਚਣ ਲੱਗਾ, ਦਿਨ ਉਡੀਕਣ ਲੱਗਾ ਕਿ ਰਾਜਾ ਕਦੋਂ ਬਿਮਾਰ ਹੋਏਗਾ, ਕਦੋਂ ਉਸ ਦੀ ਮ੍ਰਿਤਿੂ ਹੋਵੇਗੀ ਤੇ ਕਦੋਂ ਮੇਰੇ ਤੋਂ ਚੰਦਨ ਦੀਆਂ ਲੱਕੜੀਆਂ ਜਿਹੜੀਆਂ ਲੈ ਕੇ ਜਾਣਗੇ। ਇਸੇ ਤਰ੍ਹਾਂ ਵਿਚਾਰ ਕਰਦਾ ਰਿਹਾ। ਸੋਚਦਾ ਹੈ ਕਿ ਜੇਕਰ ਕਿ ਨਾ ਮਰਿਆ, ਉਸ ਦੀ ਮ੍ਰਿਤਿੂ ਨਾ ਹੋਈ ਤਾਂ ਮੇਰਾ ਲੱਖਾਂ ਦਾ ਨੁਕਸਾਨ ਹੋ ਜਾਵੇਗਾ, ਇੰਨੇ ਪੈਸੇ ਬਰਬਾਦ ਚਲੇ ਜਾਣਗੇ। ਸੋਚਦਾ ਸੋਚਦਾ ਰਾਜਾ ਹੌਲੀ ਹੌਲੀ ਠੀਕ ਹੋਣ ਲੱਗਾ। ਰਾਜੇ ਦੀ ਤਬੀਅਤ ਦੇ ਵਿੱਚ ਫਰਕ ਪੈਣ ਲੱਗਾ। ਹੌਲੀ ਹੌਲੀ ਚੜ੍ਹਦੀ ਕਲਾ ਦੇ ਵਿੱਚ ਹੋਣ ਲੱਗਾ। ਤੇ ਸੇਠ ਸੋਚ ਕਰਕੇ ਬਿਮਾਰ ਹੋਣ ਲੱਗਾ ਕਿ ਮੈਂ ਇੰਨੇ ਪੈਸੇ ਲਾਏ ਹਨ ਚੰਦਨ 'ਤੇ, ਇੰਨੇ ਪੈਸੇ ਮੈਂ ਚੰਦਨ 'ਤੇ ਲਾਏ ਹਨ, ਇਸ ਨੂੰ ਖਰੀਦੇਗਾ ਕੌਣ? ਕਿਉਂਕਿ ਜਿਸ ਨੇ ਵੀ ਖਰੀਦਣਾ ਹੁੰਦਾ ਕੋਈ 2 ਲੱਕੜਾਂ ਜਾਂ 4 ਲੱਕੜਾਂ ਲੈਂਦਾ ਹੈ। ਇੰਨਾ ਚੰਦਨ ਕੌਣ ਖਰੀਦੇਗਾ? ਸੋਚ ਕਰਕੇ ਬਿਮਾਰ ਹੋਣ ਲੱਗਾ। ਰਾਜਾ ਇੱਕ ਦਿਨ ਜਦ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ, ਠੀਕ ਹੋ ਗਿਆ, ਤਾਂ ਉਸਨੇ ਵਿਚਾਰ ਬਣਾਏ ਕਿ ਪਰਜਾ ਦੇ ਵਿੱਚ ਗੇੜਾ ਮਾਰਦੇ ਹਾਂ, ਪਰਜਾ ਦਾ ਹਾਲ ਚਾਲ ਵੇਖਦੇ ਹਾਂ। ਰਾਜੇ ਦੇ ਨਾਲ ਲਹੂ ਲਸ਼ਕਰ ਮੰਤਰੀ ਨਾਲ ਚੱਲ ਪਏ। ਰਾਜਾ ਘੋੜੇ 'ਤੇ ਸਵਾਰ ਹੋ ਕਰਕੇ ਪਰਜਾ ਦੇ ਵਿੱਚ ਉਤਰਿਆ। ਉਸੇ ਹੀ ਸ਼ਹਿਰ ਦੇ ਵਿੱਚ ਪਹੁੰਚਿਆ ਜਿਸ ਸ਼ਹਿਰ ਦੇ ਵਿੱਚ ਉਹ ਸੇਠ ਰਹਿੰਦਾ ਸੀ। ਸੇਠ ਦਾ ਜਿਹੜਾ ਘਰ ਹੈ, ਚੌਂਕ ਦੇ ਵਿੱਚ ਸਭ ਤੋਂ ਮੂਹਰੇ ਉਸਦਾ ਘਰ ਹੈ, ਸਾਹਮਣੇ ਘਰ ਹੈ। ਪਰ ਉਹ ਜਿਹੜਾ ਘਰ ਬੜਾ ਪੁਰਾਤਨ ਹੈ, ਬੜਾ ਪੁਰਾਣਾ ਹੋ ਗਿਆ ਹੈ। ਹਵੇਲੀ ਉਸਦੀ ਬੜੀ ਪੁਰਾਣੀ ਹੋ ਚੁੱਕੀ ਹੈ। ਜਦ ਰਾਜੇ ਦੀ ਨਜ਼ਰ ਉਸਦੇ ਵੱਲ ਪਈ ਤਾਂ ਰਾਜਾ ਕਹਿਣ ਲੱਗਾ ਆਪਣੇ ਮੰਤਰੀ ਨੂੰ ਕਿ ਇਹ ਜਿਹੜੀ ਕੋਠੀ ਹੈ, ਜਿਹੜਾ ਮਹਿਲ ਹੈ, ਇਸ ਨੂੰ ਹਟਵਾ ਦਿਓ ਇੱਥੋਂ, ਕਿਉਂਕਿ ਇਹ ਬੜਾ ਪੁਰਾਤਨ ਲੱਗਦਾ ਹੈ, ਪੁਰਾਣਾ ਲੱਗਦਾ ਹੈ। ਇਸ ਦੀ ਥਾਂ 'ਤੇ ਕੋਈ ਨਵਾਂ ਮਹਿਲ ਬਣਾ ਦੇਵੋ, ਨਵੀਂ ਕੋਠੀ ਬਣਾ ਦੇਵੋ, ਜਾਂ ਫਿਰ ਇਸ 'ਤੇ ਪਾਰਕ ਬਣਾ ਦੇਵੋ ਇਸ ਥਾਂ 'ਤੇ। ਜਦ ਸੇਠ ਦੇ ਇਹ ਖਬਰ ਪੁੱਜੀ, ਸੇਠ ਨੇ ਸੋਚਿਆ ਕਿ ਮੈਂ ਤਾਂ ਰਾਜੇ ਬਾਰੇ ਮਾੜਾ ਸੋਚਦਾ ਸੀ, ਇਹ ਤਾਂ ਮੇਰੇ ਨਾਲ ਹੀ ਮਾੜਾ ਹੋ ਗਿਆ ਹੈ।
ਇਹ ਤਾਂ ਮੇਰੇ ਨਾਲ ਹੀ ਉਹ ਭੜਾ ਵਾਪਰਿਆ ਹੈ। ਜਿਹੜਾ ਮੰਤਰੀ ਉਸ ਨੂੰ ਕਹਿਣ ਆਇਆ ਸੀ ਕਿ ਤੇਰੀ ਕੋਠੀ ਤੂੰ ਥੋੜ੍ਹੇ ਦਿਨਾਂ ਵਿੱਚ ਢਾਹ ਦੇ, ਤੈਨੂੰ ਉਸ ਦੇ ਦੁੱਗਣੇ ਰੇਟ ਮਿਲੇਗਾ ਕੋਠੀ ਦਾ, ਤੂੰ ਇੱਥੋਂ ਕਿਤੇ ਹੋਰ ਚਲਿਆ ਜਾ। ਉਹ ਮੰਤਰੀ ਬੜਾ ਧਾਰਮਿਕ ਸੀ, ਬੜਾ ਸਿਆਣਾ ਸੀ। ਉਸਨੇ ਕਿਹਾ ਆ ਕਰਕੇ ਸੇਠ ਨੂੰ ਆ ਕੇ ਕਹਿੰਦਾ ਹੈ ਕਿ ਤੂੰ ਰਾਜੇ ਬਾਰੇ ਕਿਤੇ ਮਾੜਾ ਤਾਂ ਨਹੀਂ ਸੋਚਿਆ, ਕਿਉਂਕਿ ਰਾਜਾ ਹਮੇਸ਼ਾ ਪ੍ਰਜਾ ਦੇ ਵਿੱਚ ਆਉਂਦਾ ਹੈ, ਸ਼ਹਿਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ, ਪਰ ਉਸਨੇ ਤੇਰੀ ਕੋਠੀ ਦੇ ਵੱਲ ਵੇਖ ਕਰਕੇ ਕਦੀ ਇਹ ਨਹੀਂ ਸੀ ਕਿਹਾ ਕਿ ਇਸ ਨੂੰ ਢਾਹ ਕਰਕੇ ਇੱਥੇ ਪਾਰਕ ਬਣਾ ਦੇਵੋ। ਤੂੰ ਕਿਤੇ ਰਾਜੇ ਬਾਰੇ ਮਾੜਾ ਤਾਂ ਨਹੀਂ ਸੋਚਿਆ। ਮੰਤਰੀ ਨੂੰ ਕਹਿਣ ਲੱਗਾ, ਸੇਠ ਕਹਿੰਦਾ ਹੈ ਕਿ ਮੈਂ ਸਾਰੇ ਸ਼ਹਿਰ ਤੋਂ ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰ ਲਈਆਂ ਸਨ, ਕਿਉਂਕਿ ਜੇ ਰਾਜਾ ਮਰੇਗਾ ਤਾਂ ਚੰਦਨ ਦੀਆਂ ਲੱਕੜਾਂ ਮੇਰੇ ਕੋਲ ਹੀ ਮਿਲਣਗੀਆਂ ਅਤੇ ਮੈਂ ਇਹਨਾਂ ਨੂੰ ਦੁੱਗਣੇ ਰੇਟ ਦੇ ਵਿੱਚ ਵੇਚਾਂਗਾ। ਮੰਤਰੀ ਕਹਿਣ ਲੱਗਾ, ਕਹਿੰਦਾ ਹੈ ਠੀਕ ਹੈ, ਜੇ ਤੂੰ ਮਾੜਾ ਸੋਚਿਆ ਤਾਂ ਹੁਣ ਅੱਜ ਤੋਂ ਚੰਗਾ ਸੋਚਣ ਲੱਗ ਜਾ, ਤੇਰਾ ਭਲਾ ਹੋ ਜਾਵੇਗਾ, ਤੇਰੀ ਕੋਠੀ ਇੱਥੇ ਹੀ ਬਣੀ ਰਹੇਗੀ, ਟਿਕੀ ਰਹੇਗੀ। 6 ਮਹੀਨੇ ਬੀਤ ਗਏ। ਰਾਜਾ ਫਿਰ ਪ੍ਰਜਾ ਦੇ ਵਿੱਚ ਆਇਆ, ਆ ਕਰਕੇ ਸਾਹਮਣੇ ਕੋਠੀ ਵੇਖੀ ਤਾਂ ਬੜਾ ਗੁੱਸੇ ਦੇ ਵਿੱਚ ਆਇਆ। ਕਹਿੰਦਾ ਹੈ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਕੋਠੀ ਤੋਂ ਹਟ ਜਾਣੀ ਚਾਹੀਦੀ ਹੈ, ਇਹ ਕੋਠੀ ਢਹਿ ਜਾਣੀ ਚਾਹੀਦੀ ਹੈ, ਤੁਸੀਂ ਹਾਲੇ ਤੱਕ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ। ਬੁਲਾਓ ਕਿਹੜਾ ਮੰਤਰੀ ਹੈ। ਉਸੇ ਮੰਤਰੀ ਨੂੰ ਬੁਲਾਇਆ ਗਿਆ। ਹੁਣ ਉਹੀ ਸੇਠ ਰਾਜੇ ਬਾਰੇ ਨਿੱਤ ਚੰਗਾ ਸੋਚਦਾ ਹੈ ਕਿ ਰਾਜੇ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀ। ਹੇ ਰੱਬ ਜੀ, ਅਕਾਲ ਪੁਰਖ ਵਾਹਿਗੁਰੂ, ਰਾਜੇ ਦੀ ਹਮੇਸ਼ਾ ਚੜ੍ਹਦੀ ਕਲਾ ਕਰੀ। ਚੰਗਾ ਸੋਚਣ ਦੀ ਵਿਧੀ ਵੇਖ ਲਵੋ। ਜਦ ਮੰਤਰੀ ਨੇ ਜਾ ਕਰਕੇ ਰਾਜੇ ਦੇ ਕੋਲ ਪੇਸ਼ ਹੋਇਆ, ਕਹਿੰਦਾ ਹੈ ਰਾਜਾ ਜੀ, ਗੁਸਤਾਖੀ ਮਾਫ਼ ਕਰਨਾ ਕਰੋ, ਮੇਰੇ ਤੋਂ ਭੁੱਲ ਹੋਈ ਹੈ, ਪਰ ਮੈਂ ਇਸੇ ਕਰਕੇ ਕੋਠੀ ਨਹੀਂ ਢਾਈ ਕਿਉਂਕਿ ਪੁਰਾਤਨ ਕੋਠੀਆਂ, ਪੁਰਾਣੇ ਮਹਿਲ ਸ਼ਹਿਰ ਦਾ ਸ਼ਿੰਗਾਰ ਹੁੰਦੇ ਹਨ। ਇਸੇ ਕਰਕੇ ਮੈਂ ਕੋਠੀ ਨਹੀਂ ਢਾਈ ਕਿ ਜੇ ਕਰਕੇ ਪੁਰਾਣਾ ਮਹਿਲ ਬਣਿਆ ਰਹੇਗਾ, ਕੋਠੀ ਬਣੀ ਰਹੇਗੀ ਤਾਂ ਸ਼ਹਿਰ ਦਾ ਸ਼ਿੰਗਾਰ ਬਣਿਆ ਰਹੇਗਾ। ਰਾਜਾ ਇਹ ਗੱਲ ਸੁਣ ਕਰਕੇ ਬੜਾ ਖੁਸ਼ ਹੋਇਆ। ਕਹਿੰਦਾ ਠੀਕ ਹੈ ਮੰਤਰੀ ਜੀ, ਤੁਸੀਂ ਸਿਆਣੀ ਗੱਲ ਕੀਤੀ ਹੈ ਕਿ ਪੁਰਾਤਨ ਜਿਹੜੇ ਮਹਿਲ ਹਨ, ਕੋਠੀਆਂ ਹਨ, ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਹਨ, ਅਤੇ ਹੁਣ ਜਿਹੜੀ ਉਹ ਕੋਠੀ ਸੀ ਉਸ ਨੂੰ ਢਾਓ ਨਾ, ਸਰਕਾਰੀ ਕੋਟੇ ਦੇ ਵਿੱਚੋਂ ਉਸ ਨੂੰ ਰੰਗ ਕਰਵਾਵੋ, ਰੋਗਨ ਕਰਵਾਵੋ, ਉਸ ਨੂੰ ਨਵੀਂ ਤਰ੍ਹਾਂ ਬਣਾ ਦਿਓ। ਸਰਕਾਰੀ ਕੋਟੇ ਦੇ ਵਿੱਚੋਂ, ਖਜ਼ਾਨੇ ਦੇ ਵਿੱਚੋਂ ਉਸ ਨੂੰ ਰੰਗ ਕਰਵਾਵੋ, ਉਸ ਦੀ ਮੁਰੰਮਤ ਕਰਾ ਦੇਵੋ, ਅਤੇ ਪੈਸਾ ਸੇਠ ਪਾਸੋਂ ਕੋਈ ਨਹੀਂ ਲੈਣਾ, ਪੈਸਾ ਸਰਕਾਰੀ ਲੱਗੇਗਾ। ਸੇਠ ਨੂੰ ਜਦ ਖਬਰ ਮਿਲੀ ਤਾਂ ਸੇਠ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ, ਅੱਜ ਤੋਂ ਮੈਂ ਕਿਸੇ ਬਾਰੇ ਮਾੜਾ ਨਾ ਸੋਚਾਂ ਅਤੇ ਮੇਰੀ ਲਾਲਚ ਦੀ ਵਿਧੀ ਵੀ ਹਟਾ ਦੇਵੋ, ਮੈਂ ਕਿਸੇ ਬਾਰੇ ਮਾੜਾ ਨਾ ਸੋਚਾਂ ਲਾਲਚ ਦੇ ਵਿੱਚ ਆ ਕਰਕੇ। ਸੋ ਗੁਰਮੁਖ ਪਿਆਰੀ ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਜਿਵੇਂ ਕਰਕੇ ਆਪਾਂ ਕਿਸੇ ਬਾਰੇ ਮਾੜਾ ਸੋਚਦੇ ਹਾਂ, ਜਿਵੇਂ ਦੇ ਸੋਚ ਰੱਖਣਾ ਕਰਦੇ ਹਾਂ, ਜਿਵੇਂ ਦੇ ਵਿਚਾਰ ਰੱਖਣਾ ਕਰਦੇ ਹਾਂ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਉਹੀ ਦੁਬਾਰਾ ਭੁਗਤਣੇ ਪੈਣਾ ਕਰਦੇ ਹਨ। ਅਤੇ ਜੇਕਰ ਕਿ ਅੱਜ ਆਪਾਂ ਕਿਸੇ ਬਾਰੇ ਮਾੜਾ ਸੋਚਿਆ ਕਿ ਇਸ ਦੇ ਪੁੱਤਰ ਇਸ ਤਰ੍ਹਾਂ ਹੋ ਜਾਣ, ਇਸ 'ਤੇ ਇਵੇਂ ਹੋ ਜਾਵੇ, ਇਸ ਦੇ ਬਾਰੇ ਆਪਾਂ ਮਾੜਾ ਸੋਚੀਏ, ਤਾਂ ਮਹਾਰਾਜ ਕਹਿੰਦੇ ਉਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਣ ਵਿਚਰਨਾ ਹੈ, ਉਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਣ ਉਹ ਪੂਰਾ ਹੋਣਾ ਹੈ। ਮੈਂ ਇੱਕ ਗੱਲ ਕਰਾਂ ਕਿ ਅੱਜ ਦੇ ਸਮੇਂ ਦੇ ਅੰਦਰ ਸਿੱਖ ਧਰਮ ਦੇ ਵਿੱਚ ਇਹ ਬੜੀ ਵਿਧੀ ਚੱਲੀ ਹੈ, ਇਹ ਬੜਾ ਚੱਲਿਆ ਹੈ ਕਿ ਟੂਣੇ ਟੱਪੇ ਕਰਜਣਾ ਕਰਦੇ ਹਨ ਕਿਸੇ ਦੇ ਉੱਤੇ। ਇੱਕ ਗੱਲ ਤੁਸੀਂ ਧਿਆਨ ਦੇਣਾ ਕਰੋ ਕਿ ਜਿਹੜਾ ਟੂਣੇ ਕਰਦਾ ਹੈ, ਰਾਤੀ 12 ਵਜੇ ਉੱਠ ਕਰਕੇ ਚੌਂਕ ਦੇ ਵਿੱਚ ਦੀਵਾ ਤਾਂ ਬਾਲ ਸਕਦਾ ਹੈ, ਪਰ ਅੰਮ੍ਰਿਤ ਵੇਲੇ 4 ਵਜੇ ਉੱਠ ਕਰਕੇ ਗੁਰੂ ਘਰ ਦਰਸ਼ਨ ਕੋਈ ਨਹੀਂ ਜੇ ਕਰ ਸਕਦਾ। ਇਹ ਗੱਲ ਤੁਸੀਂ ਸੋਚਣਾ ਕਰੋ ਕਿ ਜਿਹੜਾ ਰਾਤੀ 12 ਵਜੇ ਉੱਠ ਕਰਕੇ ਕਿਸੇ ਬਾਰੇ ਮਾੜਾ ਸੋਚ ਸਕਦਾ ਹੈ, ਪਰ ਉਹ ਆਪਣੇ ਵਾਸਤੇ ਚੰਗਾ ਸੋਚਣ ਵਾਸਤੇ, ਆਪਣੇ ਜੀਵਨ ਦੇ ਵਿੱਚ ਚੰਗਾ ਹੋਣ ਵਾਸਤੇ ਸਵੇਰੇ ਅੰਮ੍ਰਿਤ ਵੇਲੇ ਆ ਕਰਕੇ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰ ਸਕਦਾ। ਸੋ ਇਸੇ ਪ੍ਰਕਾਰ ਜਿਵੇਂ ਆਪਾਂ ਕਿਸੇ ਦੇ ਬਾਰੇ ਸੋਚ ਰੱਖਣਾ ਕਰਦੇ ਹਾਂ, ਜਿਵੇਂ ਆਪਾਂ ਕਿਸੇ ਦੇ ਬਾਰੇ ਸੋਚਦੇ ਹਾਂ, ਉਵੇਂ ਹੀ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੇਖਣਾ ਪੈਂਦਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰੀ ਸਾਧ ਸੰਗਤ ਜੀ, ਹਰ ਕਿਸੇ ਬਾਰੇ ਚੰਗਾ ਸੋਚਣਾ ਕਰੀਏ। ਅੱਜ ਤੋਂ ਸੋਚ ਬਣਾ ਲੈਣਾ ਕਰੀਏ ਕਿ ਮਹਾਰਾਜ ਅਸੀਂ ਜਿਸ ਦੇ ਬਾਰੇ ਵੀ ਸੋਚਣਾ ਕਰੀਏ ਚੰਗਾ ਸੋਚੀਏ। ਸੋਚ ਵੀ ਇੱਕ ਕਰਮ ਹੈ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਅਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ